मेरा सवाल ये है, ਜਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚ ਸੀਗੇ ਤਾਂ ਨਿੱਜੀ ਇੰਟਰਵਿਊਆਂ ਦੇ ਉੱਤੇ ਜਾਂ ਤਾਂ ਤੁਸੀਂ ਆਮ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਆ, ਭਾਵੇਂ ਉਹ ਬੇਅਦਬੀਆਂ ਦਾ ਮਸਲਾ ਹੋਵੇ, ਭਾਵੇਂ ਉਹ ਸਰੂਪਾਂ ਦਾ ਮਸਲਾ ਹੋਵੇ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਹੁਣ ਉਹ ਹੱਲ, ਜਿਹੜੇ ਸਾਰੇ ਮਸਲੇ ਹੱਲ ਹੋਣ ਦੀ ਸੰਭਾਵਨਾ ਹੈਗੀ ਹੈ ਹੁਣ ਤੁਸੀਂ, ਕਿਉਂਕਿ ਉਹ ਸਿਸਟਮ ਦੇ ਵਿੱਚ ਆ ਗਏ ਹੋ ਜਿਹਦੇ ਤੇ ਤੁਸੀਂ ਸਵਾਲ ਚੁੱਕਦੇ ਸੀ। ਦੇਖੋ, ਆਪਾਂ ਹਮੇਸ਼ਾ ਪੰਥ ਪ੍ਰਸਤੀ ਨੂੰ ਮੁੱਖ ਰੱਖਿਆ, ਪੰਥ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਗੱਲ ਕੀਤੀ। ਹੁਣ ਵੀ ਜਦੋਂ ਕੋਈ ਅਹੁਦਿਆਂ ਦੀ ਗੱਲ ਆਈ ਹੈ ਤਾਂ ਪਾਰਟੀ ਪ੍ਰਧਾਨ ਨੇ ਮੈਨੂੰ ਪੁੱਛਿਆ ਕਿ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਜਾਂ ਤੁਸੀਂ ਪਾਰਟੀ ਦੇ ਵਿੱਚ ਸੇਵਾਵਾਂ ਦੇਣਾ ਚਾਹੁੰਦੇ ਹੋ। ਮੈਂ ਜੀ ਮੈਂ ਪਾਰਟੀ ਦੇ ਵਿੱਚ ਸੇਵਾਵਾਂ ਦੇਣਾ ਚਾਹੁੰਦਾ। ਇਸੇ ਕਰਕੇ ਉਹਨਾਂ ਨੇ ਬੜੀ ਅਹਿਮ ਜ਼ਿੰਮੇਵਾਰੀ, ਮੈਂ ਉਸ ਜ਼ਿੰਮੇਵਾਰੀ ਦੇ ਭਾਵੇਂ ਕਾਬਲ ਵੀ ਨਾ ਹੋਵਾਂ, ਲੇਕਿਨ ਬੜੀ ਵੱਡੀ ਜ਼ਿੰਮੇਵਾਰੀ, ਇੱਕ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾ 100 ਸਾਲਾ ਇਤਿਹਾਸ ਹੈ ਔਰ ਜਿੰਦਾ ਚੋਣ ਨਿਸ਼ਾਨ ਤੱਕੜੀ ਹੈ, ਹਾਂਜੀ, ਉਸ ਪਾਰਟੀ ਦਾ ਜਨਰਲ ਸਕੱਤਰ ਅਤੇ ਬੁਲਾਰਾ, ਇਹ ਸਾਰੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਅਤੇ ਉਹਨੂੰ ਨਿਭਾਉਂਦਿਆਂ ਹੋਇਆਂ ਪੰਥ ਅਤੇ ਪੰਜਾਬ ਪਹਿਲਾਂ ਹੋਵੇਗਾ, ਬਾਕੀ ਗੱਲਾਂ ਬਾਅਦ। ਇਹ ਕੀ ਸਬੱਬ ਬਣਿਆ ਕੁਝ ਮਹੀਨਿਆਂ ਦੇ ਵਿੱਚ ਹੀ ਤੁਸੀਂ ਅਕਾਲੀ ਦਲ ਸੰਯੁਕਤ ਨੂੰ ਛੱਡ ਕੇ ਅਕਾਲੀ ਦਲ ਬਾਦਲ ਦੇ ਵਿੱਚ ਆ ਗਏ? ਪਾਰਟੀ ਦੇ ਵਿੱਚ ਸਲਾਹ ਕੀਤੀ, ਜਿਹੜਾ ਸਾਡੇ ਜਿਵੇਂ ਦੋ ਗਰੁੱਪ ਇਕੱਠੇ ਹੋਏ ਸੀ ਨਾ, ਇੱਕ ਬ੍ਰਹਮਪੁਰਾ ਸਾਹਿਬ ਦਾ ਸੀ, ਇੱਕ ਢੀਂਡਸਾ ਸਾਹਿਬ ਦਾ ਸੀ। ਅਸੀਂ ਸਾਰਿਆਂ ਨੇ ਵਿਚਾਰ ਕੀਤਾ ਕਿ ਇਹਦੇ 'ਤੇ ਕੀ ਕਰਨਾ ਚਾਹੀਦਾ, ਕਿ ਗੱਲ ਤਾਂ ਬਿਲਕੁਲ ਦਿਨ ਨੇੜੇ ਆ ਰਹੇ ਆ, ਗੱਠਜੋੜ ਦੀ ਗੱਲ ਹੋ ਰਹੀ ਹੈ, ਬੀਜੇਪੀ ਦੀ ਲੀਡਰਸ਼ਿਪ ਕਹਿ ਰਹੀ ਹੈ, ਅਸੀਂ ਉਹਨੂੰ ਡਿਨਾਈ ਨਹੀਂ ਕਰ ਰਹੇ। ਤਾਂ ਅਜਿਹੇ ਹਾਲਾਤਾਂ ਦੇ ਵਿੱਚ 734 ਕਿਸਾਨ ਸ਼ਹੀਦ ਹੋਏ ਨੇ ਅਤੇ ਬੀਜੇਪੀ ਦੇ ਨਾਲ ਕੈਪਟਨ ਸਾਹਿਬ ਖੜ੍ਹੇ ਨੇ, ਅਤੇ ਅਸੀਂ ਪਿੰਡਾਂ 'ਚ ਜਾ ਕੇ ਕਿਵੇਂ ਪ੍ਰਚਾਰ ਕਰ ਸਕਦੇ ਹਾਂ ਕਿ ਬੀਜੇਪੀ ਜਾਂ ਕੈਪਟਨ ਸਾਹਿਬ ਨੂੰ ਅਸੀਂ ਕਿਵੇਂ ਡਿਫੈਂਡ ਕਰਾਂਗੇ, ਕਿਵੇਂ ਉਹਨਾਂ ਦੇ ਬਾਰੇ ਗੱਲ ਕਰਾਂਗੇ, ਕੀ ਉਹਨਾਂ ਦਾ ਜਿਹੜਾ ਔਰਾ ਉਹ ਦੱਸਾਂਗੇ। ਸੋ ਉਹ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਅਸੀਂ ਸਾਰਿਆਂ ਨੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ। ਅਕਾਲੀ ਦਲ ਤੱਕ ਅਪਰੋਚ ਕੀਤੀ, ਅਕਾਲੀ ਦਲ ਨੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ? ਲਗਾਤਾਰ ਹੀ ਸਾਡੇ ਨਾਲ ਅਪਰੋਚ ਕਰ ਰਿਹਾ ਸੀ ਨਾ, ਪਿਛਲੇ ਕਈ ਮਹੀਨਿਆਂ ਤੋਂ ਢੀਂਡਸਾ ਸਾਹਿਬ ਨਾਲ ਵੀ ਕਰ ਰਹੇ, ਸਾਡੇ ਨਾਲ ਵੀ ਕਰ ਰਹੇ ਆ, ਅਤੇ ਕਿਉਂਕਿ ਇਹ ਵੱਡੀ ਲੀਡਰਸ਼ਿਪ ਲਗਾਤਾਰ ਉਹਨਾਂ ਦੇ ਸੰਪਰਕ 'ਚ ਇੱਕ ਦੂਜੇ ਰਹਿੰਦੀ ਹੈ। ਵੱਖਰੀ ਗੱਲ ਹੈ ਕਿ ਉਹਨਾਂ ਨੇ ਫੈਸਲਾ ਕੀ ਕਰਨਾ। ਕਰਨੈਲ ਸਿੰਘ ਪੀਰ ਮੁਹੰਮਦ ਲਗਾਤਾਰ ਹੀ ਪਾਰਟੀ ਵਿਰੋਧੀ ਜਿਹੜੀ ਗਤੀਵਿਧੀਆਂ ਉਹਨਾਂ ਦੇ ਵਿੱਚ ਸ਼ਾਮਲ ਸੀਗੇ ਅਤੇ ਇੱਕ ਵਾਰ ਇਹ ਕੋਰ ਕਮੇਟੀ ਦੀ ਮੀਟਿੰਗ ਵਿੱਚ ਮਾਫੀ ਵੀ ਮੰਗ ਚੁੱਕੇ ਆ, ਅਤੇ ਇਹ ਸਾਰੀਆਂ ਗਤੀਵਿਧੀਆਂ ਨੂੰ ਦੇਖ ਕੇ ਤੁਹਾਨੂੰ ਪਾਰਟੀ ਤੋਂ ਖਾਰਜ ਕੀਤਾ ਗਿਆ ਸੁਖਦੇਵ ਸਿੰਘ ਢੀਂਡਸਾ ਵੱਲੋਂ। ਇਹ ਤਾਂ ਉਹਨਾਂ ਨੂੰ ਕੋਈ ਨੈਤਿਕ ਹੱਕ ਨਹੀਂ ਹੈਗਾ। ਮੈਂ ਕੋਈ ਲੁਕਾ ਕੇ ਨਹੀਂ, ਜਿਹੜੀ ਮੈਂ ਕੋਰ ਕਮੇਟੀ ਦੇ ਵਿੱਚ ਗੱਲ ਕਰਦਾ ਰਿਹਾ ਨਾ, ਉਹ ਮੈਂ ਗੱਲ ਪੰਜਾਬ ਦੇ ਹਿੱਤਾਂ ਦੀ ਕਰਦਾ ਸੀ, ਪੰਥਕ ਪਹਿਰੇਦਾਰ ਦੀ ਕਰਦਾ ਸੀ। ਮੈਂ ਇਹਨਾਂ ਨੂੰ ਇੱਕੋ ਸਵਾਲ ਕਰਦਾ ਸੀ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ 'ਚੋਂ ਬਾਹਰ ਆਏ ਹਾਂ, ਅਤੇ ਤੁਸੀਂ ਬਾਹਰ ਆਣ ਕੇ ਕਿਹੜਾ ਵੱਖਰਾ ਕੰਮ ਕਰ ਰਹੇ ਹੋ? ਸਿਰਫ ਇਹ ਤਾਂ ਨਹੀਂ ਹੈਗਾ ਕਿ ਆਪਣੇ ਬੇਟੇ ਨੂੰ ਜਾਂ ਆਪਣੇ ਜਿਹੜੇ ਪਰਿਵਾਰ ਨੂੰ ਉਹਨੂੰ ਹੀ ਪ੍ਰੋਟੈਕਟ ਕਰਨਾ। ਇੱਥੇ ਤੁਹਾਡੇ ਸਾਹਮਣੇ ਬੜਾ ਸਵਾਲ ਹੈ। ਇਕੱਲਾ ਮੈਂ ਨਹੀਂ ਉਠਾਉਂਦਾ ਰਿਹਾ, ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਮੇਰੀ ਗੱਲ ਦੀ ਹਾਮੀ ਭਰੀ ਕਿ ਜੋ ਕਰਨੈਲ ਸਿੰਘ ਪੀਰ ਮੁਹੰਮਦ ਕਹਿ ਰਹੇ ਆ ਬਿਲਕੁਲ ਸਹੀ ਕਹਿ ਰਹੇ ਆ। ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਨਾਲੋਂ ਨਾਤਾ ਤੋੜਨ ਤੋਂ ਬਾਅਦ ਅਕਾਲੀ ਦਲ ਜਿਹੜਾ ਬਾਦਲ ਹੈ, ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਦੇ ਅੰਦਰ ਹੁਣ ਜਿਹੜੀ ਪੰਥ ਪ੍ਰਸਤੀ ਹੈ ਉਹ ਜਾਗ ਗਈ, ਜਿਹੜੀ ਪਹਿਲਾਂ ਖਤਮ ਹੋ ਗਈ ਸੀ? ਦੇਖੋ, ਵਕਤੀ ਹਾਲਾਤ ਜਿਹੜੇ ਹੁੰਦੇ ਆ ਨਾ, ਉਹ ਬਹੁਤ ਕੁਝ ਚੇਂਜ ਕਰਦੇ ਆ। ਦੇਖੋ, ਅਸੀਂ ਗੁੱਸੇ ਦੇ ਵਿੱਚ ਆ ਕੇ ਬਹੁਤ ਕੁਝ ਬੋਲ ਦਿੰਦੇ ਆ। ਤੁਸੀਂ ਅੱਜ ਹੀ ਵੇਖੋ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਲੋਕ ਬੈਠੇ ਹੁੰਦੇ ਆ, ਉਹ ਜੇ ਉਹਨਾਂ ਨੂੰ ਕੋਈ ਅਪਸ਼ਬਦ ਬੋਲੇ ਜਾਣ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ, ਲੇਕਿਨ ਉਹਨਾਂ ਦੇ ਮੂੰਹ ਦੇ ਵਿੱਚ ਕੁਝ ਐਸੇ ਬੰਦੇ ਹੁੰਦੇ ਜੋ ਵੀ ਆਉਂਦਾ ਉਹ ਬੋਲ ਦਿੰਦੇ ਆ। ਸੋ ਮੈਂ ਇਹ ਗੱਲ ਕਹਾਂਗਾ ਕਿ ਸਾਨੂੰ, ਅਸੀਂ ਜਿੰਨੀ ਕੁ ਕਿਸੇ ਕੋਲ ਜ਼ਿੰਮੇਵਾਰੀ ਹੈਗੀ ਹੈ, ਉਸ ਜ਼ਿੰਮੇਵਾਰੀ ਦਾ ਸਾਨੂੰ ਅਹਿਸਾਸ ਕਰਨਾ ਚਾਹੀਦਾ। ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ, ਮੈਂ ਹਾਂ ਜਗਜੀਤ ਸਿੰਘ ਪੰਜੋਲੀ। ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਧਮਾਕਾ ਹੋਇਆ। ਅਕਾਲੀ ਦਲ ਸੰਯੁਕਤ ਨੂੰ ਬਹੁਤ ਵੱਡਾ ਝਟਕਾ ਲੱਗਿਆ ਜਦੋਂ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ, ਉਹਨਾਂ ਦੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਉਜਾਗਰ ਸਿੰਘ ਬਡਾਲੀ, ਉਹ ਸਾਰੇ ਹੀ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋ ਗਏ ਨੇ। ਜ਼ਿਕਰਯੋਗ ਹੈ, ਉਹਨਾਂ ਨੇ ਇਹ ਕਿਹਾ ਕਿ ਇਹ ਸਾਡੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ। ਇਸ ਬਾਬਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਉਚੇਚੇ ਤੌਰ 'ਤੇ ਕਰਨੈਲ ਸਿੰਘ ਪੀਰ ਮੁਹੰਮਦ ਨੇ, ਉਹਨਾਂ ਦਾ ਮੈਂ ਗਲੋਬਲ ਪੰਜਾਬ ਟੀਵੀ 'ਤੇ ਸਵਾਗਤ ਕਰਦਾ। ਧੰਨਵਾਦ ਜੀ। ਪੀਰ ਮੁਹੰਮਦ ਜੀ, ਮੇਰਾ ਪਹਿਲਾ ਸਵਾਲ ਇਹ ਹੈ ਕਿ ਅੱਜ ਜੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਆਏ ਹੋ, ਉਹ ਤੋਂ ਪਹਿਲਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਲਗਾਤਾਰ ਜਾਰੀ ਸੀਗੇ ਅਤੇ ਫਿਰ ਤੁਸੀਂ ਅਕਾਲੀ ਦਲ ਸੰਯੁਕਤ ਦੇ ਵਿੱਚ ਆ ਗਏ
ਤੇ ਇਹ ਕੀ ਸਬੱਬ ਬਣਿਆ ਕੁਝ ਮਹੀਨਿਆਂ ਦੇ ਵਿੱਚ ਹੀ ਤੁਸੀਂ ਅਕਾਲੀ ਦਲ ਸੰਯੁਕਤ ਨੂੰ ਛੱਡ ਕੇ ਅਕਾਲੀ ਦਲ ਬਾਦਲ ਦੇ ਵਿੱਚ ਆ ਗਏ? ਦੇਖੋ, ਕੁਝ ਮਨਭੇਦ ਸਨ, ਕੋਈ ਮਤਭੇਦ ਸਨ ਜਿਹੜੇ ਪਿਛਲੇ ਸਮੇਂ ਦੇ ਵਿੱਚ ਚੱਲਦੇ ਹੁੰਦੇ ਆ ਪਾਰਟੀਆਂ ਦੇ ਅੰਦਰ, ਤੇ ਉਹ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਸੀ। ਫਿਰ ਮੈਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਸੀ, ਤੇ 2018 ਦੇ ਵਿੱਚ ਜਦੋਂ 13 ਜਨਵਰੀ ਨੂੰ ਮੈਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਜੁਆਇਨ ਕੀਤਾ, ਤੇ ਉਹਨਾਂ ਦਿਨਾਂ ਦੇ ਵਿੱਚ ਢੀਂਡਸਾ ਸਾਹਿਬ ਬੈਠੇ ਸੀ ਘਰ। ਇਹ ਇੱਕ ਆਪਣੀ ਅਲੱਗ ਪਾਰਟੀ ਇਹਨਾਂ ਨੇ ਬਣਾਈ ਹੋਈ ਸੀ, ਤੇ ਫਿਰ ਅਸੀਂ ਏਕਤਾ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ। ਢੀਂਡਸਾ ਸਾਹਿਬ ਤੇ ਬ੍ਰਹਮਪੁਰਾ ਸਾਹਿਬ, ਸੇਖਵਾਂ ਸਾਹਿਬ ਵਿਛੜ ਗਏ ਨੇ, ਡਾਕਟਰ ਰਤਨ ਸਿੰਘ ਅਜਨਾਲਾ, ਜਾਗਰ ਸਿੰਘ ਵਡਾਲੀ, ਜਥੇਦਾਰ ਮਹਿੰਦਰ ਸਿੰਘ ਸੈਣਪੁਰ ਤੇ ਬਹੁਤ ਸਾਰੇ ਹੋਰ ਆਗੂ। ਤੇ ਉਹ ਜਿਹੜੀ ਗੱਲ ਚੱਲਦੀ ਅੱਗੇ ਜਰਾ ਹੁਣ ਚੋਣਾਂ ਦਾ ਟਾਈਮ ਆ ਗਿਆ 2022 ਦਾ, ਤੇ ਸਾਡੀਆਂ 2-3 ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਕੋਰ ਕਮੇਟੀ ਦੀਆਂ ਮੀਟਿੰਗਾਂ ਹੋਈਆਂ। ਉਹਨਾਂ ਮੀਟਿੰਗਾਂ ਦੇ ਵਿੱਚ ਅਸੀਂ ਬਕਾਇਦਾ ਤੌਰ ਦੇ ਉੱਤੇ ਇਸ ਗੱਲ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਕਿ ਹੁਣ ਆਪਾਂ ਨੂੰ ਗੱਠਜੋੜ ਕਿਹਦੇ ਨਾਲ ਕਰਨਾ ਤੇ ਕਿਵੇਂ ਕਰਨਾ। ਤਾਂ ਉੱਥੇ ਸਭ ਤੋਂ ਵੱਡਾ ਸਵਾਲ ਸੀ ਕਿ ਰੋਜ਼ ਹੀ ਬਿਆਨ ਲੱਗ ਰਹੇ ਸੀ, ਟੀਵੀ ਚੈਨਲਾਂ ਦੇ ਉੱਤੇ ਵੀ ਆ ਰਹੇ ਸੀ, ਤੁਹਾਡੇ ਵਰਗੇ ਜਿਹੜੇ ਜਰਨਲਿਸਟ ਉਹ ਵੀ ਕਨਸੋਆਂ ਲੈ ਰਹੇ ਸੀ ਅੰਦਰ ਤੋਂ ਕਿ ਢੀਂਡਸਾ ਸਾਹਿਬ ਜਿਹੜੇ ਆ ਉਹ ਬੀਜੇਪੀ ਦੇ ਨਾਲ ਗੱਠਜੋੜ ਕਰ ਰਹੇ ਆ। ਤੇ ਇਹ ਬਿਆਨ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਦਿਨ ਹੀ ਆ ਰਿਹਾ ਸੀ। ਤੇ ਅਸੀਂ ਕੋਰ ਕਮੇਟੀ ਦੀ ਮੀਟਿੰਗ ਵਿੱਚ ਢੀਂਡਸਾ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਨੂੰ ਦੱਸੋ ਤਾਂ ਸਹੀ ਹੋ ਕੀ ਰਿਹਾ, ਕਿ ਆਪਣਾ ਬਿਆਨ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਕਿਉਂ ਦੇ ਰਿਹਾ। ਉਹ ਕਹਿੰਦੇ ਇਹੋ ਜਿਹੀ ਕੋਈ ਗੱਲ ਨਹੀਂ, ਮੈਂ ਦਿੱਲੀ ਜਾਵਾਂਗਾ, ਮੈਂ ਗੱਲ ਕਰਾਂਗਾ। ਉਹ ਫਿਰ ਗੱਲ ਕਰਕੇ ਆਏ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ, ਤੇ ਉਹਨਾਂ ਨੇ ਕਹਿੰਦੇ ਜੀ ਮੈਂ 18 ਮਿੰਟ ਮਿਲਿਆ ਤੇ ਕੋਈ ਜ਼ਿਆਦਾ ਗੱਲ ਨਹੀਂ ਹੋਈ। ਤੇ ਲੇਕਿਨ ਉਹਨਾਂ ਨੇ ਅਗਲੇ ਦਿਨ ਬਿਆਨ ਦੇ ਦਿੱਤਾ ਕਿ ਚੋਣ ਗੱਠਜੋੜ ਸਾਡਾ ਢੀਂਡਸਾ ਸਾਹਿਬ ਨਾਲ ਹੋਵੇਗਾ। ਅਸੀਂ ਪੁੱਛਿਆ, ਉਹ ਕਹਿੰਦੇ ਜੀ ਮੈਂ ਤਾਂ ਕੋਈ ਉੱਥੇ ਗੱਲ ਕਰਕੇ ਆਇਆ ਨਹੀਂ ਗਾ, ਪਰ ਜੇ ਉਹਨਾਂ ਨੇ ਬਿਆਨ ਦਿੱਤਾ ਤੇ ਆਪਾਂ ਇਹਦੇ 'ਚ ਸਬੰਧ 'ਚ ਆਉਂਦੇ ਦਿਨਾਂ 'ਚ ਉਹਨਾਂ ਨੂੰ ਮਿਲਾਂਗੇ। ਉਹ ਫਿਰ ਉਦੋਂ ਬਾਅਦ ਮਿਲੇ ਗਜਿੰਦਰ ਸਿੰਘ ਸ਼ੇਖਾਵਤ ਨੂੰ, ਤੇ ਸ਼ੇਖਾਵਤ ਸਾਹਿਬ ਨੂੰ ਜਦੋਂ ਉਹਨਾਂ ਨੇ ਮਿਲਣਾ ਸੀ ਤੇ ਉਹਨਾਂ ਨੇ ਮੇਰੇ ਨਾਲ ਵੀ ਗੱਲਬਾਤ ਕੀਤੀ ਕਿ ਕਰਨੈਲ ਸਿੰਘ ਕੁਝ ਜਿਹੜੀਆਂ ਅਹਿਮ ਮੰਗਾਂ ਨੇ ਪੰਜਾਬ ਦੀਆਂ ਉਹਦਾ ਚਾਰਟ ਤਿਆਰ ਕਰੋ। ਤੇ ਮੈਂ ਉਹ ਢੀਂਡਸਾ ਸਾਹਿਬ ਨੂੰ ਮਿਲ ਕੇ ਕਿ ਜਿਹੜੀਆਂ 3-4 ਅਹਿਮ ਮੰਗਾਂ ਸੀ, ਜਿਨ੍ਹਾਂ ਵਿੱਚ ਇਕਨੋਮਿਕ ਪੈਕੇਜ ਦੀ ਗੱਲ ਸੀ ਕਿ ਜਿਹੜਾ ਸਾਡੇ ਸਿਰ ਕਰਜ਼ਾ ਚੜਿਆ ਮਿਲੀਟੈਂਸੀ ਦੇ ਦਰਮਿਆਨ ਬਹਾਨਾ ਬਣਾ ਕੇ ਜੀ ਇੱਥੇ ਅੱਤਵਾਦ ਨੂੰ ਅਸੀਂ ਖਤਮ ਕਰ ਰਹੇ ਹਾਂ, ਖਤਮ ਕਰਦਾ ਕਿ ਸਾਡੇ ਨੌਜਵਾਨ ਸ਼ਹੀਦ ਹੋਏ ਤਾਂ ਉਹ ਪੈਸਾ ਸਾਡੇ ਸਿਰ 'ਤੇ ਚੜਿਆ। ਇਸ ਤੋਂ ਇਲਾਵਾ ਚੰਡੀਗੜ੍ਹ ਪੰਜਾਬ ਨੂੰ, ਤੇ ਜਿਹੜਾ ਸੰਘੀ ਢਾਂਚੇ ਦੀ ਗੱਲ ਹੈ ਕਿ ਸਾਡੇ ਵੱਧ ਅਧਿਕਾਰਾਂ ਦੀ ਗੱਲ ਹੈ, ਜਾਂ ਜਿਹੜੇ ਹੋਰ ਮਸਲੇ ਨੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ, ਇਹ ਸਾਰੀਆਂ ਗੱਲਾਂ ਢੀਂਡਸਾ ਸਾਹਿਬ ਨੂੰ ਮੈਂ 3-4 ਪੁਆਇੰਟ ਨੋਟ ਕਰਾਏ ਤੇ ਉਹ ਮੈਨੂੰ ਕਹਿੰਦੇ ਕਿ ਮੈਂ ਜਾ ਕੇ ਉਹਨਾਂ ਨੂੰ ਦਿਆਂਗਾ। ਤੇ ਕੱਲ੍ਹ ਮੈਂ ਜਦੋਂ ਮਿਲਿਆ ਢੀਂਡਸਾ ਸਾਹਿਬ ਨੂੰ ਤੇ ਮੈਂ ਆਖਿਆ ਕਿ ਕਹਿੰਦੇ ਜੀ ਬ੍ਰਹਮਪੁਰਾ ਸਾਹਿਬ ਨਾਲ ਵੀ ਆਪਾਂ ਬੈਠ ਕੇ ਗੱਲ ਕਰੀਏ। ਮੈਂ ਕਿਹਾ ਜੀ ਉਹ ਕਹਿੰਦੇ ਕਿ ਤੁਸੀਂ ਪੁੱਛ ਲਓ ਉਹਨਾਂ ਨੂੰ ਤੇ ਇੱਕ ਮੀਟਿੰਗ ਬੁਲਾਓ ਕੋਰ ਕਮੇਟੀ ਦੀ, ਉਹਦੇ ਵਿੱਚ ਆਪਾਂ ਸਾਰਾ ਵਿਚਾਰ ਵਟਾਂਦਰਾ ਕਰਾਂਗੇ। ਤੇ ਢੀਂਡਸਾ ਸਾਹਿਬ ਕਹਿੰਦੇ ਕਿ ਵੇਖੋ ਗੱਲ ਮੈਂ ਕੋਈ ਝੂਠ ਨਹੀਂ ਮਾਰਦਾ ਕਿ ਅਜੇ ਤੱਕ ਕੋਈ ਗੱਲ ਨਹੀਂ ਹੋਈ, ਨਾ ਕੋਈ ਟਿਕਟਾਂ ਦੀ ਗੱਲ ਹੋਈ ਹੈ, ਨਾ ਪੰਜਾਬ ਦੇ ਮਸਲੇ ਬਾਰੇ ਕੋਈ ਗੱਲ ਹੋਈ ਹੈ, ਤੇ ਆਪਾਂ ਇੱਕ ਡੈਪੂਟੇਸ਼ਨ ਲੈ ਕੇ ਆਉਂਦੇ ਦਿਨਾਂ 'ਚ ਮਿਲਾਂਗੇ, ਫਿਰ ਉਹਦੇ ਵਿੱਚ ਕੋਈ ਹੱਲ ਨਿਕਲੇਗਾ। ਸੋ ਅਸੀਂ ਉਸ ਤੋਂ ਬਾਅਦ ਆਪਣੀ ਪਾਰਟੀ ਦੇ ਵਿੱਚ ਸਲਾਹ ਕੀਤੀ, ਜਿਹੜਾ ਸਾਡੇ ਜਿਵੇਂ 2 ਗਰੁੱਪ ਇਕੱਠੇ ਹੋਏ ਸੀ ਨਾ, ਇੱਕ ਬ੍ਰਹਮਪੁਰਾ ਸਾਹਿਬ ਦਾ ਸੀ, ਇੱਕ ਢੀਂਡਸਾ ਸਾਹਿਬ ਦਾ ਸੀ। ਅਸੀਂ ਸਾਰਿਆਂ ਨੇ ਵਿਚਾਰ ਕੀਤਾ ਕਿ ਇਹਦੇ 'ਤੇ ਕੀ ਕਰਨਾ ਚਾਹੀਦਾ, ਕਿ ਗੱਲ ਤਾਂ ਬਿਲਕੁਲ ਦਿਨ ਨੇੜੇ ਆ ਰਹੇ ਆ, ਗੱਠਜੋੜ ਦੀ ਗੱਲ ਹੋ ਰਹੀ ਹੈ, ਬੀਜੇਪੀ ਦੀ ਲੀਡਰਸ਼ਿਪ ਕਹਿ ਰਹੀ ਹੈ, ਅਸੀਂ ਉਹਨੂੰ ਡਿਨਾਈ ਨਹੀਂ ਕਰ ਰਹੇ। ਤਾਂ ਅਜਿਹੇ ਹਾਲਾਤਾਂ ਦੇ ਵਿੱਚ 734 ਕਿਸਾਨ ਸ਼ਹੀਦ ਹੋਏ ਨੇ ਤੇ ਬੀਜੇਪੀ ਦੇ ਨਾਲ ਕੈਪਟਨ ਸਾਹਿਬ ਖੜੇ ਨੇ, ਤੇ ਅਸੀਂ ਪਿੰਡਾਂ 'ਚ ਜਾ ਕੇ ਕਿਵੇਂ ਪ੍ਰਚਾਰ ਕਰ ਸਕਦੇ ਹਾਂ ਕਿ ਬੀਜੇਪੀ ਜਾਂ ਕੈਪਟਨ ਸਾਹਿਬ ਨੂੰ ਅਸੀਂ ਕਿਵੇਂ ਡਿਫੈਂਡ ਕਰਾਂਗੇ, ਕਿਵੇਂ ਉਹਨਾਂ ਦੇ ਬਾਰੇ ਗੱਲ ਕਰਾਂਗੇ, ਕੀ ਉਹਨਾਂ ਦਾ ਜਿਹੜਾ ਔਰਾ ਉਹ ਦੱਸਾਂਗੇ। ਸੋ ਉਹ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਅਸੀਂ ਸਾਰਿਆਂ ਨੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਕਿ ਕਿਉਂ ਨਾ ਆਪਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੀ ਜਥੇਬੰਦੀ ਹੈ, ਕਿਉਂਕਿ ਕਾਂਗਰਸ 'ਚ ਅਸੀਂ ਜਾ ਨਹੀਂ ਸਕਦੇ, ਆਪ ਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਗਾ, ਕਿਉਂਕਿ ਉਹ ਵੀ ਦਿੱਲੀ ਤੋਂ ਹੀ ਚੱਲਦੀ ਹੈ। ਤੇ ਤੁਸੀਂ ਖੁਦ ਅਕਾਲੀ ਦਲ ਤੱਕ ਅਪਰੋਚ ਕੀਤੀ, ਅਕਾਲੀ ਦਲ ਨੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ? ਲਗਾਤਾਰ ਹੀ ਸਾਡੇ ਨਾਲ ਅਪਰੋਚ ਕਰ ਰਿਹਾ ਸੀ ਨਾ, ਪਿਛਲੇ ਕਈ ਮਹੀਨਿਆਂ ਤੋਂ ਢੀਂਡਸਾ ਸਾਹਿਬ ਨਾਲ ਵੀ ਕਰ ਰਹੇ, ਸਾਡੇ ਨਾਲ ਵੀ ਕਰ ਰਹੇ ਆ। ਤੇ ਕਿਉਂਕਿ ਇਹ ਵੱਡੀ ਲੀਡਰਸ਼ਿਪ ਲਗਾਤਾਰ ਉਹਨਾਂ ਦੇ ਸੰਪਰਕ 'ਚ ਇੱਕ ਦੂਜੇ ਰਹਿੰਦੀ ਹੈ। ਵੱਖਰੀ ਗੱਲ ਹੈ ਕਿ ਉਹਨਾਂ ਨੇ ਫੈਸਲਾ ਕੀ ਕਰਨਾ,
ਤਾਂ ਉਸ ਦੇ ਵਿੱਚ ਫਿਰ ਅਸੀਂ ਬੈਠ ਕੇ ਜਿਹੜੇ ਉਹਨਾਂ ਦੇ ਆਉਂਦੇ ਸੀ ਵਿੱਚ ਗੱਲਬਾਤ ਕਰਨ ਲਈ, ਉਹਨਾਂ ਦੇ ਸਾਹਮਣੇ ਰੱਖੇ ਕਿ ਸਾਡੇ ਕੁਝ ਜਿਹੜੇ ਮਸਲੇ ਆ ਜਾਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਹੋਇਆ। ਫਿਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਦੇ 'ਤੇ ਚੰਗੇ ਤਰੀਕੇ ਨਾਲ, ਫਿਰ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਗੱਲਬਾਤ ਸਾਰੀ ਕਰਕੇ ਤੇ ਫਿਰ ਅਸੀਂ ਇਹ ਫੈਸਲਾ ਲਿਆ। ਮੇਰਾ ਦੂਜਾ ਸਵਾਲ ਇੱਥੋਂ ਹੀ ਸ਼ੁਰੂ ਹੁੰਦਾ ਹੈ ਕਿ ਤੁਸੀਂ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਰਹੇ ਹੋ ਤੇ ਉਹਨਾਂ ਦੇ ਮੁੱਖ ਬੁਲਾਰਾ ਰਹੇ ਹੋ, ਤੇ ਅੱਜ ਉਹਨਾਂ ਨੇ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ, ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਊ। ਉਹਨਾਂ ਨੇ ਕਿਹਾ ਕਿ ਕਰਨੈਲ ਸਿੰਘ ਪੀਰ ਮੁਹੰਮਦ ਲਗਾਤਾਰ ਹੀ ਪਾਰਟੀ ਵਿਰੋਧੀ ਜਿਹੜੀ ਗਤੀਵਿਧੀਆਂ ਉਹਨਾਂ ਦੇ ਵਿੱਚ ਸ਼ਾਮਲ ਸੀਗੇ, ਤੇ ਇੱਕ ਵਾਰ ਇਹ ਕੋਰ ਕਮੇਟੀ ਦੀ ਮੀਟਿੰਗ ਵਿੱਚ ਮਾਫੀ ਵੀ ਮੰਗ ਚੁੱਕੇ ਆ, ਤੇ ਇਹ ਸਾਰੀਆਂ ਗਤੀਵਿਧੀਆਂ ਨੂੰ ਦੇਖ ਕੇ ਤੁਹਾਨੂੰ ਪਾਰਟੀ ਤੋਂ ਖਾਰਜ ਕੀਤਾ ਗਿਆ ਸੁਖਦੇਵ ਸਿੰਘ ਢੀਂਡਸਾ ਵੱਲੋਂ। ਦੇਖੋ, ਇਹ ਤਾਂ ਉਹਨਾਂ ਨੂੰ ਕੋਈ ਨੈਤਿਕ ਹੱਕ ਨਹੀਂ ਹੈਗਾ। ਮੈਂ ਕੋਈ ਲੁਕਾ ਕੇ ਨਹੀਂ, ਜਿਹੜੀ ਮੈਂ ਕੋਰ ਕਮੇਟੀ ਦੇ ਵਿੱਚ ਗੱਲ ਕਰਦਾ ਰਿਹਾ ਨਾ, ਉਹ ਮੈਂ ਗੱਲ ਪੰਜਾਬ ਦੇ ਹਿੱਤਾਂ ਦੀ ਕਰਦਾ ਸੀ, ਪੰਥਕ ਪਹਿਰੇਦਾਰ ਦੀ ਕਰਦਾ ਸੀ। ਮੈਂ ਇਹਨਾਂ ਨੂੰ ਇੱਕੋ ਸਵਾਲ ਕਰਦਾ ਸੀ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ 'ਚੋਂ ਬਾਹਰ ਆਏ ਹਾਂ, ਤੇ ਤੁਸੀਂ ਬਾਹਰ ਆਣ ਕੇ ਕਿਹੜਾ ਵੱਖਰਾ ਕੰਮ ਕਰ ਰਹੇ ਹੋ? ਸਿਰਫ ਇਹ ਤਾਂ ਨਹੀਂ ਹੈਗਾ ਕਿ ਆਪਣੇ ਬੇਟੇ ਨੂੰ ਜਾਂ ਆਪਣੇ ਜਿਹੜੇ ਪਰਿਵਾਰ ਨੂੰ ਉਹਨੂੰ ਹੀ ਪ੍ਰੋਟੈਕਟ ਕਰਨਾ। ਇੱਥੇ ਤੁਹਾਡੇ ਸਾਹਮਣੇ ਬੜਾ ਸਵਾਲ ਹੈ। ਇਕੱਲਾ ਮੈਂ ਨਹੀਂ ਉਠਾਉਂਦਾ ਰਿਹਾ, ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਮੇਰੀ ਗੱਲ ਦੀ ਹਾਮੀ ਭਰੀ ਕਿ ਜੋ ਕਰਨੈਲ ਸਿੰਘ ਪੀਰ ਮੁਹੰਮਦ ਕਹਿ ਰਹੇ ਆ ਬਿਲਕੁਲ ਸਹੀ ਕਹਿ ਰਹੇ ਆ, ਕਿ ਇਹ ਢੀਂਡਸਾ ਸਾਹਿਬ ਨੇ ਆਪ ਵੀ ਉਹਨੂੰ ਐਪਰੀਸ਼ੀਏਟ ਕੀਤਾ ਕਿ ਬਿਲਕੁਲ। ਮੈਂ ਉਹਨਾਂ ਨੂੰ ਗੱਲ ਕਹੀ ਕਿ ਧੜੇਬੰਦੀ ਤਾਂ ਆਪਾਂ ਧੜੇਬੰਦੀ ਦੀ ਗੱਲ ਕਰਦੇ ਹਾਂ ਕਿ ਆਪਾਂ ਅਕਾਲੀ ਦਲ ਛੱਡਿਆ ਜੀ, ਉੱਥੇ ਧੜੇਬੰਦੀ ਹੈ, ਤੇ ਇੱਥੇ ਵੀ ਤੁਸੀਂ ਧੜੇਬੰਦੀ ਬਣਾ ਕੇ ਬੈਠੇ ਹੋ। ਜਿਹੜੇ ਢੀਂਡਸਾ ਸਾਹਿਬ ਤੁਹਾਡੇ ਨਾਲ ਉਹ ਤੁਹਾਡੀ ਗੱਲ ਕਰੀ ਜਾਂਦੇ, ਜਿਹੜੇ ਸਾਡੇ ਨਾਲ ਉਹ ਸਾਡੀ ਗੱਲ ਕਰੀ ਜਾਂਦੇ ਆ। ਤੇ ਅਜਿਹੇ ਹਾਲਾਤਾਂ ਦੇ ਵਿੱਚ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ, ਜਦੋਂ ਕੋਰ ਕਮੇਟੀ ਦੇ ਵਿੱਚ ਹੁੰਦਾ, ਅੱਜ ਜੋ ਮਰਜ਼ੀ ਉਹ ਕਹੀ ਜਾਣ, ਮੈਂ ਹਮੇਸ਼ਾ ਪੰਥ ਪੰਜਾਬ ਤੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹਦੀ ਗੱਲ ਕੀਤੀ ਹੈ, ਕਿਉਂਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਅਸੀਂ ਲਗਾਤਾਰ ਸੰਘਰਸ਼ ਕੀਤਾ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਔਰ ਸਾਰੇ ਮਸਲਿਆਂ ਦਾ। ਉਹਦੇ ਤੇ ਮੈਨੂੰ ਇਹ ਐਪਰੀਸ਼ੀਏਟ ਕਰਦੇ ਰਹੇ ਆ। ਅੱਜ ਹੁਣ ਦੇਖੋ, ਉਹਨਾਂ ਨੇ ਕੁਝ ਨਾ ਕੁਝ ਤਾਂ ਬੋਲਣਾ ਸੀ ਮੇਰੇ ਬਾਰੇ, ਉਹਨਾਂ ਨੇ ਉਹ ਬੋਲਿਆ। ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਲੈ ਕੇ ਵਿੱਚੋਂ ਹੀ ਨਿਕਲਿਆ ਸਵਾਲ ਕਿ ਤੁਹਾਨੂੰ ਨਹੀਂ ਲੱਗਦਾ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਰੀਪ੍ਰਜੈਂਟ ਕਰਨ ਲਈ ਇੱਕ ਨੌਜਵਾਨ ਆਗੂ ਚਾਹੀਦਾ? ਤੁਸੀਂ ਹੁਣ ਉਹਨੂੰ ਪਾਸੇ ਛੱਡ ਕੇ ਕਿਸੇ ਬੰਦੇ ਨਵੇਂ ਨੂੰ, ਜਿਹਨੂੰ ਪੰਥਾਂ ਦੀ ਸਮਝ ਹੋਵੇ, ਆਨੰਦਪੁਰ ਦੇ ਮਤੇ ਦੀ ਸਮਝ ਹੋਵੇ, ਉਹਨੂੰ ਅੱਗੇ ਲਿਆਂਦਾ ਜਾ ਸਕੇ। ਬਿਲਕੁਲ ਬਿਲਕੁਲ। ਅਸੀਂ ਇਹ ਦੇਖੋ, ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੈ, ਉਹ ਸਾਡਾ ਪੰਥ ਦਾ ਹਰਿਆਵਲ ਦਸਤਾ ਹੈ। ਤੇ ਆਉਂਦੇ ਦਿਨਾਂ ਦੇ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਕਿਉਂਕਿ ਇਹ 4 ਜਥੇਬੰਦੀਆਂ ਨੇ ਵੱਡੀਆਂ, ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਨੂੰ ਬਣਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦੇ ਵਿੱਚ ਹੋਂਦ ਵਿੱਚ ਆਈ, ਭਾਵੇਂ ਕਿ 1920 ਤੋਂ ਹੀ ਇਹਦੀ ਸ਼ੁਰੂਆਤ ਹੋ ਗਈ ਸੀ। ਤੇ ਇਸੇ ਤਰ੍ਹਾਂ ਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਇਹ 13 ਸਤੰਬਰ 1944 ਨੂੰ 43 ਦੇ ਵਿੱਚ ਗੱਲਬਾਤ ਹੁੰਦੀ, 44 ਦੇ ਵਿੱਚ ਇਹ ਜਥੇਬੰਦੀ ਹੋਂਦ ਵਿੱਚ ਆਈ। ਸੋ ਇਹ ਜਥੇਬੰਦੀ ਮਹਾਨ ਜਥੇਬੰਦੀ ਹੈ, ਔਰ ਇਸ ਜਥੇਬੰਦੀ ਦਾ ਦੇਖੋ, ਸਾਡੇ ਬਹੁਤ ਸਾਰੇ ਸੀਨੀਅਰ ਆਗੂ ਅੱਜ ਵੀ ਵੱਖ-ਵੱਖ ਜਗ੍ਹਾ ਤੇ ਬੈਠੇ ਆ, ਤੇ ਮੈਂ ਤਾਂ ਉਹਨਾਂ ਨੂੰ ਵੀ ਇਹ ਸੱਦਾ ਦੇ ਰਿਹਾ ਕਿ ਆਪਾਂ ਨੂੰ ਇਕਜੁੱਟ ਹੋ ਕੇ ਸਾਡੀ ਜਥੇਬੰਦੀ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ। ਪਰ ਦੇਖੋ, ਅੱਜ ਸਾਡੇ ਸਾਹਮਣੇ ਜਦੋਂ 2 ਚੀਜ਼ਾਂ ਖੜੀਆਂ, ਇੱਕ ਪਾਸੇ ਬੀਜੇਪੀ ਹੈ, ਇੱਕ ਪਾਸੇ ਅਕਾਲੀ ਦਲ ਹੈ, ਹਾਂਜੀ, ਤਾਂ ਅਸੀਂ ਉਹਦੇ ਵਿੱਚੋਂ ਜਿਹੜਾ ਬੀਜੇਪੀ ਨਾਲ, ਕਿਉਂਕਿ ਕਿਸਾਨਾਂ ਨੇ ਸਪਸ਼ਟ ਕਹਿਤਾ, ਕਿਸਾਨ ਆਗੂਆਂ ਨੇ, ਸਰਦਾਰ ਬਲਵੀਰ ਸਿੰਘ ਰਾਜੇਵਾਲ ਨੇ ਵੀ ਔਰ ਜੋਗਿੰਦਰ ਸਿੰਘ ਉਗਰਾਹਾਂ ਨੇ, ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਨੇ, ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਸਾਨੂੰ ਖੱਜਲ ਖੁਆਰ ਕੀਤਾ ਉਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਆ ਜੇ। ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ। ਫਿਰ ਉਸ ਜਥੇਬੰਦੀ ਦੇ ਨਾਲ, ਉਸ ਪਾਰਟੀ ਦੇ ਨਾਲ ਅਸੀਂ ਕਿਵੇਂ ਸਮਝੌਤਾ ਕਰ ਸਕਦੇ ਸੀ? ਫਿਰ ਸਾਡੇ ਕੋਲ ਇੱਕੋ ਇੱਕ ਰਸਤਾ ਸੀ, ਉਹ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਵੀ ਇਹ ਗੱਲ ਕਹੀ ਹੈ, ਬਾਦਲ ਸਾਹਿਬ ਨੇ ਵੀ ਕਹੀ ਹੈ ਕਿ ਜੋ ਤੁਸੀਂ ਬਾਹਰ ਰਹਿ ਕੇ ਗੱਲਾਂ ਕਰਦੇ ਰਹੇ ਹੋ, ਪਾਰਟੀ ਦੀ ਫਾਰਮ ਦੇ ਉੱਤੇ ਗੱਲ ਕਰੋ, ਤੇ ਉਹ ਸਾਰੇ ਮਸਲੇ ਜਿਹੜੇ ਤੁਹਾਡੇ ਦਿਮਾਗ ਵਿੱਚ ਘੁੰਮਦੇ ਆ ਕਿ ਜਿੰਦੇ ਨਾਲ ਪੰਥ ਤੇ ਪੰਜਾਬ ਦਾ ਭਲਾ ਹੋ ਸਕਦਾ, ਉਹਨਾਂ ਦੇ ਉੱਤੇ ਆਪਾਂ ਪਹਿਰਾ ਦਿਆਂਗੇ ਤੇ ਉਹਨੂੰ ਅੱਗੇ ਲੈ ਕੇ। ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਨਾਲੋਂ ਨਾਤਾ ਤੋੜਨ ਤੋਂ ਬਾਅਦ ਅਕਾਲੀ ਦਲ ਜਿਹੜਾ ਬਾਦਲ ਹੈ, ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਦੇ ਅੰਦਰ ਹੁਣ ਜਿਹੜੀ ਪੰਥ ਪ੍ਰਸਤੀ ਹੈ ਉਹ ਜਾਗ ਗਈ, ਜਿਹੜੀ ਪਹਿਲਾਂ ਖਤਮ ਹੋ ਗਈ ਸੀਗੀ? ਦੇਖੋ, ਵਕਤੀ ਹਾਲਾਤ ਜਿਹੜੇ ਹੁੰਦੇ ਆ ਨਾ, ਉਹ ਬਹੁਤ ਕੁਝ ਚੇਂਜ ਕਰਦੇ ਆ। ਦੇਖੋ, ਅਸੀਂ ਗੁੱਸੇ ਦੇ ਵਿੱਚ ਆ ਕੇ ਬਹੁਤ ਕੁਝ ਬੋਲ ਦਿੰਦੇ ਆ। ਤੁਸੀਂ ਅੱਜ ਹੀ ਵੇਖੋ, ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਲੋਕ ਬੈਠੇ ਹੁੰਦੇ ਆ, ਉਹ ਜੇ ਉਹਨਾਂ ਨੂੰ ਕੋਈ ਅਪਸ਼ਬਦ ਬੋਲੇ ਜਾਣ, ਉਹ ਕਦੇ ਬਰਦਾਸ਼ਤ ਨਹੀਂ ਕਰਨਗੇ, ਲੇਕਿਨ ਉਹਨਾਂ ਦੇ ਮੂੰਹ ਦੇ ਵਿੱਚ ਕੁਝ ਐਸੇ ਬੰਦੇ ਹੁੰਦੇ ਜੋ ਵੀ ਆਉਂਦਾ ਉਹ ਬੋਲ ਦਿੰਦੇ ਆ। ਸੋ ਮੈਂ ਇਹ ਗੱਲ ਕਹਾਂਗਾ ਕਿ ਸਾਨੂੰ, ਅਸੀਂ ਜਿੰਨੀ ਕੁ ਕਿਸੇ ਕੋਲ ਜ਼ਿੰਮੇਵਾਰੀ ਹੈਗੀ ਹੈ,
ਉਸ ਜ਼ਿੰਮੇਵਾਰੀ ਦਾ ਸਾਨੂੰ ਅਹਿਸਾਸ ਕਰਨਾ ਚਾਹੀਦਾ। ਕੋਈ ਵੀ ਅਪਸ਼ਬਦ ਕਿਸੇ ਨੂੰ ਮਾੜਾ ਸ਼ਬਦ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਕਿ ਜੇ ਕੋਈ ਮੈਨੂੰ ਇਸ ਤਰ੍ਹਾਂ ਮਾੜਾ ਸ਼ਬਦ ਬੋਲੇ ਤਾਂ ਮੈਂ ਕਿਵੇਂ ਮਹਿਸੂਸ ਕਰਾਂਗਾ। ਸੋ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਅੱਜ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਸ਼੍ਰੋਮਣੀ ਅਕਾਲੀ ਦਲ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਗਾ, ਇਹ ਪੰਥ ਦੀ ਨੁਮਾਇੰਦਾ ਜਮਾਤ ਹੈ। ਇਹਦੇ ਵਿੱਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਥਕ ਸੋਚ ਹੈ, ਪੰਥਕ ਏਜੰਡਾ ਹੈ, ਜਿਹੜੀ ਕੋਈ ਘਾਟਵਾਦ ਰਹੀ ਹੈ ਪਿਛਲੇ ਸਮੇਂ 'ਚ, ਉਹਨੂੰ ਵੀ ਹੋਰ ਮਜ਼ਬੂਤ ਕਰਾਂਗੇ। ਇੱਕ ਹੋਰ ਹੀ ਅੱਜ ਜਿਹੜਾ ਉਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਬੁਲਾਰੇ ਨੇ, ਇੱਕ ਮਨਿੰਦਰਪਾਲ ਸਿੰਘ ਬਰਾੜ ਹੈ, ਇੱਕ ਦਵਿੰਦਰ ਸਿੰਘ ਸੋਢੀ, ਉਹਨਾਂ ਨੇ ਕਿਹਾ ਕਿ ਕਰਨੈਲ ਸਿੰਘ ਪੀਰ ਮੁਹੰਮਦ ਜਿਹੜਾ ਗਿਰਗਟ ਨਾਲੋਂ ਵੀ ਰੰਗ ਬਦਲਣ ਦੇ ਵਿੱਚ ਬਹੁਤ ਮੋਹਰੀ ਹੈ ਤੇ ਗਿਰਗਟ ਨਾਲੋਂ ਵੀ 2 ਕਦਮ ਅੱਗੇ ਰੰਗ ਬਦਲਦਾ। ਦੇਖੋ ਇਹ ਦੋਨੋਂ ਬੰਦੇ ਜਿਹੜੇ ਆ ਨਾ, ਜਿਹੜਾ ਦਵਿੰਦਰ ਸੋਢੀ ਹੈ ਤਾਂ ਮੇਰੇ ਨਾਲ 20-25 ਸਾਲਾਂ ਤੋਂ ਰਿਹਾ। ਮੇਰੀ ਮੈਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਇਹਨੇ ਸੇਵਾਵਾਂ ਦਿੱਤੀਆਂ ਤੇ ਰੰਗ ਤਾਂ ਇਹ ਜ਼ਰੂਰ ਬਦਲ ਸਕਦੇ, ਪਤਾ ਨਹੀਂ ਕਿੱਥੋਂ ਹੋ ਕੇ ਤੇ ਕਿੱਥੇ ਪਹੁੰਚਿਆ। ਮੈਂ ਤਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਸਿੱਧਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਇਆ, ਮੈਂ ਕਿਸੇ ਪੰਥ ਵਿਰੋਧੀ ਜਮਾਤ ਦੇ ਵਿੱਚ ਨਹੀਂ ਆਇਆ। ਮੇਰਾ ਸਵਾਲ ਇਹ ਹੈ, ਜਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚ ਸੀਗੇ ਤਾਂ ਨਿੱਜੀ ਇੰਟਰਵਿਊਆਂ ਦੇ ਉੱਤੇ ਜਾਂ ਤਾਂ ਤੁਸੀਂ ਆਮ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਆ, ਭਾਵੇਂ ਉਹ ਬੇਅਦਬੀਆਂ ਦਾ ਮਸਲਾ ਹੋਵੇ, ਭਾਵੇਂ ਉਹ ਸਰੂਪਾਂ ਦਾ ਮਸਲਾ ਹੋਵੇ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਹੁਣ ਉਹ ਹੱਲ, ਜਿਹੜੇ ਸਾਰੇ ਮਸਲੇ ਹੱਲ ਹੋਣ ਦੀ ਸੰਭਾਵਨਾ ਹੈਗੀ ਹੈ ਹੁਣ ਤੁਸੀਂ, ਕਿਉਂਕਿ ਉਹ ਸਿਸਟਮ ਦੇ ਵਿੱਚ ਆ ਗਏ ਹੋ ਜਿਹਦੇ ਤੇ ਤੁਸੀਂ ਸਵਾਲ ਚੁੱਕਦੇ ਸੀ। ਦੇਖੋ ਆਪਾਂ ਹਮੇਸ਼ਾ ਪੰਥ ਪ੍ਰਸਤੀ ਨੂੰ ਮੁੱਖ ਰੱਖਿਆ, ਪੰਥ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਗੱਲ ਕੀਤੀ। ਹੁਣ ਵੀ ਜਦੋਂ ਕੋਈ ਅਹੁਦਿਆਂ ਦੀ ਗੱਲ ਆਈ ਹੈ ਤਾਂ ਪਾਰਟੀ ਪ੍ਰਧਾਨ ਨੇ ਮੈਨੂੰ ਪੁੱਛਿਆ ਕਿ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਜਾਂ ਤੁਸੀਂ ਪਾਰਟੀ ਦੇ ਵਿੱਚ ਸੇਵਾਵਾਂ ਦੇਣਾ ਚਾਹੁੰਦੇ ਹੋ। ਮੈਂ ਕਿਹਾ ਜੀ ਮੈਂ ਪਾਰਟੀ ਦੇ ਵਿੱਚ ਸੇਵਾਵਾਂ ਦੇਣਾ ਚਾਹੁੰਦਾ। ਇਸੇ ਕਰਕੇ ਉਹਨਾਂ ਨੇ ਬੜੀ ਅਹਿਮ ਜ਼ਿੰਮੇਵਾਰੀ, ਮੈਂ ਉਸ ਜ਼ਿੰਮੇਵਾਰੀ ਦੇ ਭਾਵੇਂ ਕਾਬਲ ਵੀ ਨਾ ਹੋਵਾਂ ਲੇਕਿਨ ਬੜੀ ਵੱਡੀ ਜ਼ਿੰਮੇਵਾਰੀ, ਇੱਕ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾ 100 ਸਾਲਾ ਇਤਿਹਾਸ ਹੈ ਔਰ ਜਿੰਦਾ ਚੋਣ ਨਿਸ਼ਾਨ ਤੱਕੜੀ ਹੈ, ਹਾਂਜੀ, ਉਸ ਪਾਰਟੀ ਦਾ ਜਨਰਲ ਸਕੱਤਰ ਅਤੇ ਬੁਲਾਰਾ, ਇਹ ਸਾਰੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਤੇ ਉਹਨੂੰ ਨਿਭਾਉਂਦਿਆਂ ਹੋਇਆਂ ਪੰਥ ਤੇ ਪੰਜਾਬ ਪਹਿਲਾਂ ਹੋਵੇਗਾ, ਬਾਕੀ ਗੱਲਾਂ ਬਾਅਦ ਦੇ ਵਿੱਚ। ਚਲੋ ਮੇਰਾ ਲਾਸਟ ਸਵਾਲ ਹੈ ਕਿ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਦਾ ਹਿੱਸਾ ਬਣ ਗਏ ਹੋ, ਸੋ ਅੱਜ ਤੁਸੀਂ ਆਪਣੇ ਪ੍ਰਸ਼ੰਸਕਾਂ ਨੂੰ, ਚਹੇਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲਾਸਟ ਦੇ ਵਿੱਚ? ਮੈਂ ਇਹੋ ਗੱਲ ਕਹਿਣੀ ਚਾਹਾਂਗਾ ਕਿ ਕਿਸੇ ਨੂੰ ਵੀ ਤੈਸ਼ ਵਿੱਚ ਆ ਕੇ ਜੇ ਭੈੜੇ ਸ਼ਬਦ ਬੋਲੋਗੇ ਤਾਂ ਉਹਦਾ ਜਵਾਬ ਵੀ ਦੇਣਾ ਆਉਂਦਾ, ਹਰ ਤਰੀਕੇ ਨਾਲ ਦੇਣਾ ਆਉਂਦਾ, ਲੇਕਿਨ ਆਪਾਂ ਇਸ ਤਰ੍ਹਾਂ ਦਾ ਕੋਈ ਵੀ ਗੱਲ ਨਹੀਂ ਕਰਨੀ ਚਾਹੁੰਦੇ। ਅਸੀਂ ਬੜੇ ਸਤਿਕਾਰ ਦਿੰਦੇ ਹਾਂ, ਜਿਹੜੇ ਆਪਣੇ ਤੋਂ ਵੱਡੇ ਨੇ ਉਹਨਾਂ ਨੂੰ ਸਤਿਕਾਰ, ਛੋਟਿਆਂ ਨੂੰ ਪਿਆਰ, ਪਰ ਜਿਹੜਾ ਬਦਤਮੀਜੀ 'ਤੇ ਆਵੇਗਾ, ਜੇ ਕੋਈ ਬਦਤਮੀਜੀ ਨਾਲ ਗੱਲ ਕਰੇਗਾ ਤੇ ਉਹਦਾ ਜਵਾਬ ਉਹਨੂੰ ਉਸੇ ਭਾਸ਼ਾ 'ਚ ਦਿੱਤਾ ਜਾਵੇਗਾ। ਪਰ ਮੈਂ ਢੀਂਡਸਾ ਸਾਹਿਬ ਦਾ, ਉਹਨਾਂ ਦੇ ਬੇਟੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦਾ, ਸਾਰਿਆਂ ਦਾ ਸਤਿਕਾਰ ਕਰਦਾ ਜਿਨ੍ਹਾਂ ਨੇ ਇਹੋ ਜਿਹੀ ਬਦਤਮੀਜੀ ਕੀਤੀ ਵੀ ਹੈ। ਮੈਂ ਉਹਨਾਂ ਨੂੰ ਵੀ ਇਹ ਗੱਲ ਕਹਾਂਗਾ ਕਿ ਇਹ ਜੇ ਇਹੋ ਜਿਹੀਆਂ ਗੱਲਾਂ ਤੁਸੀਂ ਕਰਦੇ ਹੋ ਤਾਂ ਮੇਰੇ ਕੋਲ ਵੀ ਬਹੁਤ ਹੈਗੇ ਨੇ ਇਹੋ ਜਿਹੇ ਸੰਗੀ ਸਾਥੀ ਜਿਹੜੇ ਤੁਹਾਡੇ ਨਾਲ ਵੀ ਭੈੜੀ ਭਾਸ਼ਾ 'ਚ ਤੁਹਾਨੂੰ ਜਵਾਬ ਦੇ ਸਕਦੇ ਆ ਜੀ। ਸੋ ਇਹ ਸਨ ਕਰਨੈਲ ਸਿੰਘ ਜੀ ਪੀਰ ਮੁਹੰਮਦ, ਜਿਨ੍ਹਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਜੁਆਇਨ ਕੀਤਾ। ਸੋ ਆਪਾਂ ਇਸੇ ਤਰ੍ਹਾਂ ਹੀ ਅੱਗੇ ਨੂੰ ਕਿਸੇ ਹੋਰ ਸ਼ਖਸੀਅਤ ਦੇ ਨਾਲ, ਰਾਜਨੀਤਿਕ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਸੋ ਸਾਨੂੰ ਦਿਓ ਇਜਾਜ਼ਤ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਜਗਜੀਤ ਸਿੰਘ ਪੰਜੋਲੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।